रेडियो वॉइस ऑफ खालसा सुन रहे सारे श्रोतिਆਂ ਦਾ प्रोग्राम किताब संसार ਦੇ ਵਿੱਚ ਸਵਾਗਤ है जी। दास जरनैल सिंह ਚੱਕਰ ਦੀ ਫਤਿਹ ਆਪ ਸਾਰੇ श्रोतिਆਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्रोतियो ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਕਿਤਾਬ ਅਸੀਂ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੀ ਹੈ, ਕਿਤਾਬ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਤੇ ਇਸ ਕਿਤਾਬ ਦੇ ਲੇਖਕ ਨੇ ਗਿਆਨੀ ਸੋਹਣ ਸਿੰਘ ਸੀਤਲ जी। इस किताब दे असीं 28 पन्ने पढ़ चुके हैं ते अज असीं 29 नंबर पन्ने तो ये किताब नूं शुरू करांगे। मैं श्रोतिਆਂ ਨੂੰ ਇਹ ਬੇਨਤੀ ਕਰ ਦੇਣੀ ਚਾਹੁੰਦਾ कि प्रोग्राम दे दौरान कॉलां ना कीतियां जाण, क्योंकि असीं किताब दी जिहड़ी लिखत है हूबहू उसे तरह तुहाडे सामने पेश करन दा यतन कर रहे हैं। सो इस करके असीं इस प्रोग्राम दे विच कॉलां जिहड़ियां ने वो नहीं लवांगे। तुसीं अपने सुझाव जिहड़े ने वो सानू साडे फेसबुक पेज दे उत्ते इनबॉक्स दे विच भेज सकदे हो, जां तुहाडा कोई सवाल है वो भी तुसीं सानू साडे फेसबुक पेज दे इनबॉक्स दे विच भेज सकदे हो। आओ ਗਿਆਨੀ ਸੋਹਣ ਸਿੰਘ ਸੀਤਲ ਦੀ ਕਲਮ ਤੋਂ ਲਿਖੀ ਹੋਈ ਸਿੱਖ ਰਾਜ ਕਿਵੇਂ ਬਣਿਆ 29 ਨੰਬਰ ਪੰਨੇ ਤੋਂ। ਲੋਹਗੜ੍ਹ ਚੋਂ ਨਿਕਲ ਕੇ ਬੰਦਾ ਸਿੰਘ ਪਠਾਨਕੋਟ ਆ ਗੱਜਿਆ ਤੇ ਬਹਿਰਾਮਪੁਰ ਦੀ ਲੜਾਈ ਵਿੱਚ ਬਾਜੀਦ ਖਾਂ ਤੇ ਸ਼ਮਸ਼ ਖਾਂ ਨੂੰ ਕਤਲ ਕੀਤਾ। ਲੋਹਗੜ੍ਹ ਤੋਂ ਵਿਹਲਾ ਹੋ ਕੇ ਬਾਦਸ਼ਾਹ ਵੀ ਸ਼ਾਹੀ ਸੈਨਾ ਸਣੇ ਮਗਰੇ ਮਗਰ ਆ ਰਿਹਾ ਸੀ। ਉਹ ਦੁਆਬਾ, ਰਿਆੜਕੀ ਤੇ ਮਾਝੇ ਵਿੱਚ ਦੀ ਹੁੰਦਾ ਹੋਇਆ 11 ਅਗਸਤ 1711 ਨੂੰ ਲਾਹੌਰ ਪੁੱਜਾ। ਇਸ ਵੇਲੇ ਸਾਰੇ ਪੰਜਾਬ ਵਿੱਚੋਂ ਸਿੱਖਾਂ ਦੇ ਕਬਜ਼ੇ ਵਿੱਚ ਕੋਈ ਥਾਂ ਵੀ ਨਹੀਂ ਰਹਿ ਗਿਆ ਸੀ। ਬਾਬਾ ਬੰਦਾ ਸਿੰਘ ਸਣੇ ਬਾਕੀ ਸਿੰਘਾਂ ਦੇ ਪਹਾੜਾਂ ਵਿੱਚ ਜਾ ਬੈਠਾ ਸੀ। ਬਾਦਸ਼ਾਹ ਬਹਾਦਰ ਸ਼ਾਹ 27-28 ਫਰਵਰੀ ਦੀ ਵਿਚਲੀ ਰਾਤ ਨੂੰ ਲਾਹੌਰ ਹੀ ਮਰ ਗਿਆ। ਤਖਤ ਵਾਸਤੇ ਉਹਦੇ ਸ਼ਹਿਜ਼ਾਦਿਆਂ ਵਿੱਚ ਲੜਾਈ ਛਿੜ ਪਈ। ਬਾਕੀ ਤਿੰਨਾਂ ਭਰਾਵਾਂ ਨੂੰ ਮਾਰ ਕੇ ਜਹਾਂਦਾਰ ਸ਼ਾਹ ਬਾਦਸ਼ਾਹ ਬਣ ਗਿਆ। ਉਸਨੇ ਜ਼ੁਲਫਕਾਰ ਖਾਂ ਨੂੰ ਆਪਣਾ ਵਜ਼ੀਰ ਬਣਾ ਲਿਆ ਤੇ ਜ਼ਬਰਦਸਤ ਖਾਂ ਨੂੰ ਸੂਬੇਦਾਰ ਲਾਹੌਰ। ਨਵੇਂ ਬਾਦਸ਼ਾਹ ਤੇ ਵਜ਼ੀਰ ਨੂੰ ਸਾਲ ਭਰ ਵੀ ਸ਼ਾਹੀ ਮਾਨਣੀ ਨਾ ਮਿਲੀ। ਸੈਯਦ ਭਰਾਵਾਂ ਦੀ ਮਦਦ ਨਾਲ ਫਰਖਸੀਅਰ ਨੇ 11 ਫਰਵਰੀ 1713 ਈਸਵੀ ਨੂੰ ਜਹਾਂਦਾਰ ਸ਼ਾਹ ਤੇ ਜ਼ੁਲਫਕਾਰ ਖਾਂ ਨੂੰ ਕਤਲ ਕਰ ਦਿੱਤਾ ਤੇ ਆਪ ਬਾਦਸ਼ਾਹ ਬਣ ਗਿਆ। ਸੈਯਦ ਅਬਦੁੱਲਾ ਨੂੰ ਵਜ਼ੀਰ ਤੇ ਅਬਦੁਸਮਦ ਖਾਂ ਨੂੰ ਸੂਬੇਦਾਰ ਲਾਹੌਰ ਬਣਾਇਆ। ਇਸ ਗੜਬੜ ਸਮੇਂ ਬੰਦਾ ਸਿੰਘ ਨੇ ਫਿਰ ਸਢੌਰਾ ਮੱਲ ਲਿਆ ਸੀ। ਫਰਖਸੀਅਰ ਦਾ ਹੁਕਮ ਪਾ ਕੇ ਅਬਦੁਸਮਦ ਖਾਂ ਤੇ ਜੈਨੂਦੀਨ ਖਾਂ ਨੇ ਮਿਲ ਕੇ ਸਿੱਖਾਂ ਤੋਂ ਸਢੌਰਾ ਖੋਹ ਲਿਆ। ਫਿਰ ਕੁਝ ਸਮੇਂ ਵਾਸਤੇ ਅਬਦੁਸਮਦ ਖਾਂ ਤੇ ਜ਼ਕਰੀਆ ਖਾਂ ਰਾਜਪੂਤਾਨੇ ਵਿੱਚ ਇੱਕ ਮੁਹਿੰਮ ਤੇ ਭੇਜ ਦਿੱਤੇ ਗਏ। ਇੰਨੀ ਕੁ ਮੋਹਲਤ ਮਿਲਣ ਤੇ ਬੰਦਾ ਸਿੰਘ ਨੇ ਫਿਰ ਰਿਆੜਕੀ ਤੇ ਕਬਜ਼ਾ ਕਰ ਲਿਆ। ਮਾਰਚ 1715 ਈਸਵੀ ਨੂੰ ਬਾਦਸ਼ਾਹ ਨੇ ਬੰਦਾ ਸਿੰਘ ਦੀ ਗ੍ਰਿਫਤਾਰੀ ਦਾ ਬੜਾ ਸਖਤ ਹੁਕਮ ਜਾਰੀ ਕੀਤਾ। ਅਬਦੁਸਮਦ ਖਾਂ ਦਲੇਰੇ ਜੰਗ ਪੰਜਾਬ ਭਰ ਦੇ ਫੌਜਦਾਰਾਂ ਤੇ ਚੌਧਰੀਆਂ ਨੂੰ ਨਾਲ ਲੈ ਕੇ ਬੰਦਾ ਸਿੰਘ ਨੂੰ ਫੜਨ ਵਾਸਤੇ ਚੜਿਆ। ਕੋਟ ਮਿਰਜ਼ਾ ਜਾਨ ਕੋਲ ਥੋੜੀ ਜਿਹੀ ਲੜਾਈ ਪਿੱਛੋਂ ਸਿੱਖ ਗੁਰਦਾਸ ਨੰਗਲ ਦੀ ਗੜੀ ਵਿੱਚ ਘਿਰ ਗਏ। ਦਲੇਰੇ ਜੰਗ ਦੇ ਇਸ ਘੇਰੇ ਦੀ ਖਬਰ ਬਾਦਸ਼ਾਹ ਕੋਲ 17 ਅਪ੍ਰੈਲ 1715 ਈਸਵੀ ਨੂੰ ਪੁੱਜੀ। ਸਿੰਘ ਸੈਂਕੜਿਆਂ ਵਿੱਚ ਤੇ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਸਨ। ਲਗਭਗ 8 ਮਹੀਨੇ ਇਹ ਘੇਰਾ ਰਿਹਾ। ਸਿੰਘਾਂ ਕੋਲੋਂ ਦਾਰੂ ਸਿੱਕਾ ਤੇ ਦਾਣਾ ਪੱਠਾ ਮੁੱਕ ਗਿਆ ਤਾਂ ਦਰਖਤਾਂ ਦੇ ਪੱਤਰ ਸੂਤ ਕੇ ਤੇ ਛਿੱਲਾਂ ਲਾ ਕੇ ਸਿੰਘਾਂ ਨੇ ਖਾਧੀਆਂ। ਉਹਨਾਂ ਘੋੜਿਆਂ ਤੱਕ ਝਟਕਾ ਕੇ ਖਾ ਲਏ,
पर घेरे का कोई फैसला ना होया। कई शेरां वर्गे जवान भुख दे दुखों मारे गए। कईयां ने पट चीर के ढिड्डी पा लए। मरदा मरदा सिख अपनी बंदूक की नाली वैरी वल्ले करके पलीता दाग देंदा सी। इसे तरह वो मरण तो पहला किसी दुश्मन नूं नाल लैके मरना चाहुंदा सी। भुख दी अत हो गई सी, पर गुरु दे सपुत्तरां ने हौसला ना हारिया। बल नाल किला ना छुड़ा सकिया तां अबद समद खां ने कूटनीति का आसरा लिया। उन्हें बंदा सिंह कोल शर्तां भेजियां कि जे सिंह किला खाली कर देण तां उन्हां नूं बादशाह वल्लों पूर्ण माफी दित्ती जावेगी ते उन्हां दे गुजारे वास्ते शाही फरमान द्वारा जागीर दित्ती जावेगी, जिथे वो आजादी नाल रह सकणगे। इन्हां शर्तां दी पुष्टि वास्ते उन्हें कुरान शरीफ दीयां कसमां खाधियां ते बंदा सिंह वास्ते कुछ नजराना भेजिया। इस हालत विच बंदा सिंह ने 17 दसंबर 1715 ईस्वी नूं गुरदास नंगल दी गढ़ी दा बूहा खोल दिता। दलेरे जंग ने सब खादियां कसमां भुला के बंदा सिंह ते बाकी दियां सिंघां नूं कैद कर लिया। उन्हां विचों 300 सिख मुश्कां जूड़ के तुरानी सिपाहियां अगे सुट दिते गए। दलेरे जंग दे ओ दलेर सिपाही जो गढ़ी विच बैठे सिंघां वल्ले मूंह नहीं सन कर सकदे, जूड़िया होया उत्ते तलवारां धू के टुट पए ते एक एक दे 20-20 टुकड़े कर दिते। बाकी दे 200 सिंह कैद करके सने बंदा सिंह दे लाहौर आंदे गए। लाहौरों जकरिया खां की निगरानी विच बंदा सिंह नूं दिल्ली नूं तोर दिता गया। जकरिया खां ते सारा इलाका तबाह कर दिता। जकरिया खां ने सारा इलाका तबाह कर दिता। हजारां घर साड़ दिते। कई मावां बेऔलाद हो गईयां ते सैकड़े सतवंतियां दे सुहाग लुटे गए। 500 सिंह होर कैदी बना लए ते हजारां दे सिर गड्डियां ते लद के दिल्ली नूं तुरे गए। 27 फरवरी नूं जद वो दिल्ली पुजे तां सिंघां दी गिणती 740 सी। वो दिल्ली बादशाह फरक्सियर दे सामने पुजे तां उहने 694 सिंघां नूं कतल दा हुक्म दे के सरबराह खां कोतवाल दे हवाले कर दिता ते बाकियां नूं इब्राहिमुद्दीन मीर आतिश दी निगरानी अंदर किले विच कैद कर दिता। 5 मार्च 1716 ईस्वी नूं सिंघां दे कतल दा काम शुरू होया। 100 सिंह रोज कतल कीते जांदे। वो सारे शहीदी बाटे छक गए, पर किसे एक ने भी धर्म तो मूंह ना मोड़िया। जिस चाह नाल वो मौत नूं गलवकड़ी पाउंदे सन, दुनिया विच होर मिसाल नहीं मिलदी। उन्हां शहीद होण वालियां विच एक सिख बच्चा भी सी, जिस दी मां ने बादशाह कोलों इस शर्त उत्ते माफी लै लई सी कि वो सिख नहीं, पर सिख बच्चा इह शर्त ना मन्निया। भाव वो मूहों कहण वास्ते तैयार ना होया कि मैं सिख नहीं, ते वो खुशी नाल शहीद हो गया। बाबा बंदा सिंह ते उसदे अहलकारां नूं जेल विच 3 महीने अनेकां कष्ट दिते गए ते अंत इस्लाम जां मौत दा हुक्म सुना दिता गया। जे अगे 700 विचों किसे इस्लाम नहीं सी मन्निया तां इन्हां विचों किसने मनना सी। अंत 19 जून 1716 ईस्वी नूं वो सारे कतल कर दिते गए। बंदा सिंह दा कतल उचेचे ढंग दा सी। ख्वाजा कुतुबुद्दीन बख्तियार काकी दी दरगाह कोल जिथे कुतुब मुनारा खड़ा है, बंदा सिंह नूं लै जा बिठाया। ਉਹਦੇ ਸਿੱਖ ਅਹਿਲਕਾਰਾਂ ਦੇ ਸਿਰ ਨੇਜ਼ਿਆਂ ਤੇ ਟੰਗੇ ਖੜੇ ਸਨ।
ਉਹਦਾ 4 ਸਾਲ ਦਾ ਪੁੱਤਰ ਅਜੈ ਸਿੰਘ ਉਸ ਦੇ ਪੱਟਾਂ ਤੇ ਪਾ ਕੇ ਕਤਲ ਕੀਤਾ ਗਿਆ। ਬੱਚੇ ਦਾ ਕਲੇਜਾ ਕੱਢ ਕੇ ਟੁਕੜੇ ਕਰਕੇ ਪਿਤਾ ਦੇ ਮੂੰਹ ਵਿੱਚ ਦਿੱਤਾ ਗਿਆ। ਪੁੱਤਰ ਦੀ ਰੱਤ ਦੇ ਛੱਟੇ ਬੰਦਾ ਸਿੰਘ ਦੇ ਚਿਹਰੇ ਤੇ ਮਾਰੇ ਗਏ, ਪਰ ਆਫਰੀਨ ਉਸ ਮਰਦ ਦੀ ਕਿ ਮੱਥੇ ਤੇ ਵੱਟ ਤੱਕ ਨਹੀਂ ਪਾਇਆ। ਫਿਰ ਬੰਦਾ ਸਿੰਘ ਦੀ ਆਪਣੀ ਵਾਰੀ ਆਈ। ਪਹਿਲਾਂ ਉਸ ਦੀ ਸੱਜੀ ਤੇ ਫਿਰ ਖੱਬੀ ਅੱਖ ਕੱਢੀ ਗਈ, ਫਿਰ ਉਸ ਦਾ ਖੱਬਾ ਪੈਰ ਤੇ ਫਿਰ ਦੋਵੇਂ ਹੱਥ ਵੱਢੇ ਗਏ। ਉਹ ਅਜੇ ਵੀ ਉਵੇਂ ਸ਼ਾਂਤ ਬੈਠਾ ਸੀ। ਪਰ ਜਲਾਦ ਕਾਲੇ ਪੈ ਗਏ ਸਨ। ਅੰਤ ਉਸ ਨੂੰ ਤਲਵਾਰ ਨਾਲ ਛੋਟੇ ਛੋਟੇ ਟੁਕੜੇ ਕੀਤਾ ਗਿਆ। ਇਉਂ ਉਸ ਗੁਰੂ ਦਲਾਰੇ ਨੇ ਸ਼ਹੀਦੀ ਪਾਈ। ਕਰ ਕੌਮ ਦੀ ਇੱਜ਼ਤ ਉੱਤੇ ਦਾਗ ਨਹੀਂ ਲੱਗਣ ਦਿੱਤਾ। ਫਰਕਸੀਅਰ ਨੇ ਸਮਝਿਆ ਕਿ ਬੰਦਾ ਸਿੰਘ ਨੂੰ ਸ਼ਹੀਦ ਕਰਕੇ ਉਸਨੇ ਸਿੱਖ ਪੰਥ ਨੂੰ ਮੁਕਾ ਦਿੱਤਾ ਹੈ, ਪਰ ਜਿਸ ਪੰਥ ਨੂੰ ਅਕਾਲ ਪੁਰਖ ਨੇ ਆਪ ਸਾਜਿਆ ਉਸਨੂੰ ਕੌਣ ਮਿਟਾ ਸਕਦਾ ਹੈ। ਦੂਜਾ ਕਾਂਡ। ਬਾਬਾ ਬੰਦਾ ਸਿੰਘ ਦਾ ਸ਼ਹੀਦ ਹੋਣਾ ਸਿੱਖ ਪੰਥ ਸਿਰ ਬੜੀ ਭਾਰੀ ਸੱਟ ਸੀ। ਹੋਰ ਕੋਈ ਵੀ ਕੌਮ ਅਜਿਹੀ ਮਾਰੂ ਸੱਟ ਪਿੱਛੋਂ ਦੁਬਾਰਾ ਉੱਠਣ ਜੋਗਾ ਨਹੀਂ ਰਹਿੰਦੀ। ਪੰਜਾਬ ਭਰ ਵਿੱਚੋਂ ਸਿੱਖਾਂ ਦੀ ਤਾਕਤ ਖਤਮ ਕਰ ਦਿੱਤੀ ਗਈ। ਕੋਈ ਥਾਂ ਵੀ ਉਹਨਾਂ ਦੇ ਸਿਰ ਲੁਕਾਉਣ ਨੂੰ ਨਾ ਰਹਿ ਗਿਆ। ਬੰਦਾ ਸਿੰਘ ਤੇ ਉਹਦੇ ਸਾਥੀ 740 ਸਿੰਘਾਂ ਨੂੰ ਕਤਲ ਕਰਕੇ ਬਾਦਸ਼ਾਹ ਫਰਕਸੀਅਰ ਦਾ ਦਿਲ ਅਜੇ ਠੰਡਾ ਨਹੀਂ ਸੀ ਹੋਇਆ। ਉਹਨੇ ਹੇਠ ਲਿਖੇ ਭਾਵ ਦਾ ਫਰਮਾਨ ਜਾਰੀ ਕੀਤਾ, ਜੋ ਸਿੱਖ ਵੀ ਕਾਬੂ ਆਵੇ ਉਸ ਨੂੰ ਬਿਨਾਂ ਕਿਸੇ ਕਾਰਨ ਕਤਲ ਕੀਤਾ ਜਾਵੇ। ਜੋ ਸਿੱਖ ਇਸਲਾਮ ਪ੍ਰਵਾਨ ਕਰ ਲਵੇ ਉਸ ਦੀ ਜਾਨ ਬਖਸ਼ੀ ਜਾਵੇ। ਸਭ ਸਿੱਖ ਇਸਲਾਮ ਪ੍ਰਵਾਨ ਕਰ, ਸਭ ਹਿੰਦੂ ਕੇਸ ਤੇ ਦਾੜੀ ਮਨਾ ਲੈਣ। ਜੋ ਮਨਾਉਣ ਤੋਂ ਇਨਕਾਰ ਕਰੇ ਉਸ ਨੂੰ ਸਿੱਖ ਸਮਝ ਕੇ ਕਤਲ ਕੀਤਾ ਜਾਵੇ। ਜੋ ਕੋਈ ਸਿੱਖਾਂ ਦੀ ਕਿਸੇ ਕਿਸਮ ਦੀ ਸਹਾਇਤਾ ਕਰੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਜੇ ਕੋਈ ਕਿਸੇ ਸਿੱਖ ਨੂੰ ਗ੍ਰਿਫਤਾਰ ਕਰਾਵੇ ਜਾਂ ਦੱਸ ਪਾਵੇ ਜਾਂ ਕਤਲ ਕਰਕੇ ਸਿੱਖ ਦਾ ਸਿਰ ਪੇਸ਼ ਕਰੇ ਉਸ ਨੂੰ ਇਨਾਮ ਦਿੱਤਾ ਜਾਵੇ। ਇਸ ਐਲਾਨ ਨੇ ਸਾਰੇ ਦੇਸ਼ ਵਿੱਚ ਭਾਜੜ ਪਾ ਦਿੱਤੀ। ਹਜ਼ਾਰਾਂ ਸਿੱਖ ਤਲਵਾਰ ਦੀ ਧਾਰ ਲੰਘਾ ਦਿੱਤੇ ਗਏ। ਹਰ ਕੇਸਾਧਾਰੀ ਸਿਰ ਬਦਲੇ ਹਾਕਮਾਂ ਵੱਲੋਂ ਇਨਾਮ ਦਿੱਤੇ ਜਾਣ ਲੱਗੇ। ਜਿਹੜੇ ਸਿੱਖ ਬੱਚੇ ਉਹ ਪਿੰਡ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਲੁਕੇ। ਲੁਟੇਰੇ ਸਿਰ ਮੂੰਹ ਮਨਾ ਕੇ ਹਿੰਦੂਆਂ ਵਿੱਚ ਮਿਲ ਗਏ। ਮੁਗਲ ਸਿਪਾਹੀ ਤੇ ਪਿੰਡਾਂ ਦੇ ਚੌਧਰੀ ਸਿੱਖਾਂ ਮਗਰ ਸ਼ਿਕਾਰੀਆਂ ਵਾਂਗ ਲੱਗੇ ਫਿਰਦੇ। ਸਾਰਾ ਪੰਜਾਬ ਸਿੱਖਾਂ ਤੋਂ ਖਾਲੀ ਕਰ ਦਿੱਤਾ ਗਿਆ। ਹਿੰਦੂਆਂ ਤਾਂ ਦਾੜੀ ਸਿਰ ਮੁਨਾ ਕੇ ਦਿਨ ਕੱਟੀ ਕਰ ਲਈ, ਪਰ ਸਿੱਖਾਂ ਵਾਸਤੇ ਬੜੀ ਔਖੀ ਘੜੀ ਆ ਬਣੀ। ਉਹ ਹਿਮਾਲਿਆ ਦੀਆਂ ਪਹਾੜੀਆਂ, ਮਾਲਵੇ ਦੇ ਜੰਗਲਾਂ ਤੇ ਰਾਜਪੂਤਾਨੇ ਦੇ ਰੇਤ ਥਲਿਆਂ ਵਿੱਚ ਜਾ ਲੁਕੇ। ਉਹਨਾਂ ਨੂੰ ਧਰਮ ਥਿਰ ਰੱਖਣ ਵਾਸਤੇ ਬਦਲੇ ਦਰਖਤਾਂ ਦੇ ਪੱਤਰ ਤੇ ਜੰਗਲੀ ਜਾਨਵਰਾਂ ਦਾ ਮਾਸ ਖਾ ਕੇ ਦਿਨ ਕੱਟਣੇ ਪਏ। ਪਿੱਛੇ ਉਹਨਾਂ ਦੇ ਬੱਚੇ ਤੇ ਇਸਤਰੀਆਂ ਨਿਰੇ ਜ਼ਾਲਮ ਹਾਕਮਾਂ ਦੇ ਰਹਿਮ ਤੇ ਸਨ। ਇਸ ਨਿੱਤ ਦੇ ਜ਼ੁਲਮ ਨੇ ਸਿੱਖਾਂ ਨੂੰ ਸਗੋਂ ਨਿਡਰ ਬਣਾ ਦਿੱਤਾ। 1.5 ਸਾਲ ਤਾਂ ਇਹ ਹਾਲ ਰਿਹਾ, ਪਰ ਫਿਰ ਅਬਦ ਸਮਦ ਖਾਂ ਹੋਰ ਝਗੜਿਆਂ ਵਿੱਚ ਰੁੱਝ ਗਿਆ। ਦੁਆਬੇ ਵਿੱਚ ਈਸਾ ਖਾਂ ਮੰਝ ਨੇ ਤੇ ਕਸੂਰ ਵਿੱਚ ਹੁਸੈਨ ਖਾਂ ਖੇਸ਼ਗੀ ਨੇ ਬਗਾਵਤ ਕਰ ਦਿੱਤੀ। ਇਹ ਬਗਾਵਤਾਂ ਦਿੱਲੀ ਦਰਬਾਰ ਦੇ ਇਸ਼ਾਰੇ ਉੱਤੇ ਸਨ। ਸੂਬੇਦਾਰ ਲਾਹੌਰ ਨੂੰ ਸਿੱਖਾਂ ਵੱਲੋਂ ਹਟਾ ਕੇ ਆਪਣਾ ਧਿਆਨ ਇਸ ਪਾਸੇ ਲਾਉਣਾ ਪਿਆ। ਦੂਜੇ ਪਾਸੇ ਦਿੱਲੀ ਸਰਕਾਰ ਵਿੱਚ ਅਦਲਾ ਬਦਲੀ ਕਰਨ ਵਾਸਤੇ ਡੂੰਘੀਆਂ ਸਾਜ਼ਿਸ਼ਾਂ ਹੋ ਰਹੀਆਂ ਸਨ।
सो पंजाब सरकार उत्ते उसका बहुत असर पै रहा सी। फरक्सीयर सैयद भरावां दी मदद नाल बादशाह बनिया सी। सैयद चाहुंदे सन कि बादशाह उन्हां दे हत्थ कठपुतली बन के रहे ते फरक्सीयर दा इरादा सी कि सैयदां दी ताकत खत्म की जावे। इस कारण दिल्ली दरबार विच दो धड़े हो गए जो 1717 ईस्वी तो 1719 तक आपस विच झगड़ते रहे। अंत सैयद अपनी चाल विच सफल हो गए। उन्हां फरक्सीयर नूं तख्तों ला के अन्ना कर दिता ते कुछ समय पिछों कतल कर दिता। इस वेले सैयदां दी ताकत चोटी ते पहुंची हुई सी। उन्हां अपनी मर्जी दा शहजादा रफीउदार जात दिल्ली दे तख्त ते बिठाया। उसका सुभाव सैयदां दे पसंद ना आया तां 3 महीने पिछों ही उसनूं जहर दे के मार दिता गया ते उसदे वड्डे भरा रफीउदौला नूं बादशाह बना दिता। 3 महीने पिछों उसनूं भी भरा दे मगरे तोड़ दिता गया। हुण सैयदां दी चोण मुहम्मद शाह ते पई। 7 साल दी नजरबंदी पिछों किस्मत ने उसनूं बादशाही तख्त ते बिठा दिता। 1 साल पिछों सैयदां दी ताकत दा अंत समा आ गया। 1720 ईस्वी दे अखीर विच सैयद अब्दुल्ला नूं हटा के मुहम्मद शाह ने मुहम्मद अमीन खान नूं इतमाद-उद-दौला दा खिताब दे के वजीर बनाया, पर वह 1.5 महीने पिछों ही मर गया। फिर निजामुल मुल्क दिल्ली दा वजीर बनिया। इस समय सिखां नूं सरकार वालों थोड़ा जिहा वेल मिलिया ते वो जंगल पहाड़ छड्ड के पंजाब दे मैदानां विच आ निकले। सिखां दे आउण नाल गुरुद्वारियां दी रौनक वधण लगी। मासाहारी सुभावक ही घट लड़ाका हो जाता है। बाबा बंदा सिंह ने सिखां नूं मास खाण तो वरजिया। ਜਿਹੜੇ मास खाना छड्ड के वैष्णो हो गए, बाकी सिंह उन्हां नूं बंदई आखण लग पए। बंदई लड़ाई दा अभ्यास छड्ड के गुरुद्वारियां दी सेवा च लग गए। जंगी सिंह भी जो इकल्ले दुकल्ले पिंडी आए अपनी किरत विच ही रुझ गए। 1720 ईस्वी विच माझे ते रियाड़की विच आम सिख नजर आउण लग पए। 1721 ईस्वी दी विसाखी नूं अमृतसर विच खुले तौर ते सिख इकट्ठे होए। समय अनुसार मेले दी रौनक चंगी हो गई। इत्थे चढ़ावे उत्ते बदंजां ते तत खालसे विच झगड़ा पै गया। भावें भाई मनी सिंह जी ने चिट्ठियां पा के यह झगड़ा निबेड़ दिता सी ते गुरु महाराज वालों फैसला तत खालसे दे हक विच हो चुका सी, पर बदंजां दे महंत अमर सिंह ने फैसला प्रवान ना कीता। सो दोहां धिरां दी आपस विच खड़क पई। यह पहला समा सी जां सिख सिखां नाल लड़े। बंदई धड़ा अमली तौर ते असलों खत्म हो गया। कुछ कतल हो गए, कुछ नस गए ते बहुत सारे भुचंगी बन के तत खालसे विच रल गए ते एकमुठ होण करके तत खालसे दी ताकत वध गई। सारे गुरुद्वारियां उत्ते पंथ दा हक मान लिया गया। अमृतसर हरमंदर साहिब दे ग्रंथी भाई मनी सिंह जी नूं थापिया गया। 1716 तो 17 ईस्वी दी कतलाम विच बहुत सारे सिखां दे घर असलों तबाह कर दिते गए सन। पहाड़ां तो बीकानेर नूं नस्सण समय कुछ सिंह अपने बाल बच्चे नाल लैके गए सन ते कईयां दे पिछों हुकूमत वालों कतल कर दिते गए सन। अजिहे सिंह पंजाब विच आके चुप करके बहण दे हक विच नहीं सन। नाले बंदा सिंह दे समय जो सुपने वांग ਸਿੰਘਾਂ ने आजादी वेखी सी ਉਹ ਉਹਨਾਂ ਨੂੰ ਭੁੱਲੀ नहीं सी। ਉਹ हर ਮੁੱਲ ਉੱਤੇ फिर आजादी हासिल करना चाਹੁੰਦੇ ਸਨ। ਉਹ 100 ਦੇ ਜਥੇ ਬਣਾ ਕੇ ਇਲਾਕੇ ਵਿੱਚ ਫਿਰਨ ਲੱਗੇ। ਆਪਣੇ ਗੁਜ਼ਾਰੇ ਜੋਗੀ ਕਿਤੇ ਨਾ ਕਿਤੇ ਉਹ ਲੁੱਟਮਾਰ ਵੀ ਕਰ ਲੈਂਦੇ।
जिन्हां लोकां ने पिछे सिखां दे परिवार फड़ाए ते घर ढहाए सन, उन्हां विचों कई खालसे दे गुस्से दा शिकार हो गए। इस गड़बड़ नूं रोकण वास्ते अब्द समद खां ने सिखां उत्ते फिर सख्ती करनी आरंभ कीती। दूजिਆਂ नालों सिखां कोलों दूना महसूल लैण दा हुक्म दिता। प्रजा विच इश्तिहार फेरिया गया कि जिस दा सिखां तो नुकसान होया होवे ਉਹ दावा करे ते अजिहे दाविਆਂ ਦਾ फैसला इउं होण लगा। सिखां दी जायदाद जब्त करके दावेदारां नूं दित्ती गई। कई शुबे विच फड़े होए सिख बिना मुकदमे ही फांसी दिते गए। इन्हां कारवाइयां तो सिखां विच फिर हलचल मच गई। 1724 ईस्वी विच दिल्ली वजारत विच फिर अदला बदली हुई। निजामुल मुल्क ने अस्तीफा दे दिता ते उसदी तां कमरुद्दीन खां इतमादुद्दौला दूजा वजीर बनिया। वो मुहम्मद अमीन खां इतमादुद्दौला पहले दा पुत्र सी। इस वेले अब्द समद खां दा ध्यान अपने सूबे दे प्रबंध नालों दिल्ली वल वधेरे लगा होया सी। सो सिखां नूं जरा वेहल मिल गया। 1725 ईस्वी विच बीकानेर तो होर सिंह आ गए। वो सारे पंजाब विच जथे बन के फिरन लगे ते लगे विरोधियों तो गिण गिण के बदले लैण। चुगलां नूं मारिया ते सिखां दीआं खुस्सियां होईयां जायदादां उत्ते फिर उन्हां दा कब्जा कराया। इस लुੱਟਮਾਰ नाल सारा देश उजड़ गया। थां थां डाके ते चोरियां वध गईयां। पुलिस ਸਿੰਘਾਂ सामने तां हुंदी ना ते किरती सिखां जां हिंदुआं उत्ते अपना गुस्सा कढ लैंदी। इस दा असर ਸਿੰਘਾਂ दे हक विच सगों चंगा होया। जिस उत्ते पुलिस शक करदी ਉਹ ਸਿੰਘਾਂ ਦੇ ਜਥੇ ਵਿੱਚ ਜਾ ਮਿਲਦਾ। ਇਸ ਤਰ੍ਹਾਂ ਲੱਗੀ ਖਾਲਸੇ ਦੀ ਗਿਣਤੀ ਵਧਣ। ਦਿੱਲੀ ਦੇ ਵਜ਼ੀਰ ਕਮਰੁद्दीन ਖਾਂ ਨੇ सूबे ਦੇ खराब प्रबंध ਦਾ बहाना ला के अब्द समद खां दलेरे जंग सैफुद्दौला 7000 ਇਹ ਖਿਤਾਬ ਉਸਨੂੰ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਨ ਬਦਲੇ ਮਿਲਿਆ ਸੀ ਨੂੰ ਲਾਹੌਰੋਂ ਹਟਾ ਕੇ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਤੇ ਉਸ ਦੀ ਤਾਂ ਲਾਹੌਰ ਦਾ ਸੂਬੇਦਾਰ ਉਸਦੇ ਪੁੱਤਰ ਜ਼ਕਰੀਆ ਖਾਨ ਖਾਨ ਬਹਾਦਰ ਸੈਫੁद्दौला ਦੂਜਾ 8000 ਨੂੰ ਬਣਾ ਦਿੱਤਾ। ਇਹ ਵਜ਼ੀਰ ਕਮਰੁद्दीन ਖਾਂ ਦਾ ਭਣਵਈਆ ਸੀ। ਇਹ ਅਦਲਾ ਬਦਲੀ 1726 ਈਸਵੀ ਵਿੱਚ ਹੋਈ। सिख इतिहास विच यह सूबेदार खान बहादुर के नाम नाल ही प्रसिद्ध है। उसने लखपत राय नूं अपना दीवान बनाया ते मोमन खां नूं नायब सूबेदार। सिखां नूं दबाउण वास्ते मोमन खां ते मातहित गश्ती फौज इलाके विच लाई गई। इस नवीं अदला बदली तो सरकारी चौधरियां दे हौसले वध गए ते ओह लगे सिखां नूं धमकाउण। पर इन्हां धमकियां ते धक्कियां दा सिखां उत्ते बिल्कुल उल्टा असर हुंदा। ज्यों-ज्यों उन्हां उत्ते वधेरे दबाਅ पाउण दा यतन कीता जांदा त्यों-त्यों ओह दलेर ते निडर हुंदे जांदे। जिथे किते शाही फौज नाल टकरा हो पैंदा सिंह शेरां वांग दो हत्थ करके जंगलां विच जा लुकदे। अजिहियां घटनावां देश विच आम हो गईयां सन, जिन्हां विचों भाई तारा सिंह जी दी शहीदी एक प्रसिद्ध घटना सी। नशहरा विच कुछ सिख वाही करते सन। उत्थों दा चौधरी साहिब राय सिखां दे खेत विच घोड़ियां छड्ड छड्डदा सी। सिखां दे कई बार बेनती करन उत्ते चौधरी ने कोई परवाह ना कीती, सगों एक दिन खिज के कहन लगा, तुहाडे सिरां दे वालां दे रस्से वट के घोड़ियां वजणगीआं, उन्हां चिर खुल्लियां ही फिरनगीआं। ਇਹ ਬੋਲੀ ਸੁਣ ਕੇ ਸਿੱਖਾਂ ਦੇ ਤਨ ਮਨ ਅੱਗ ਲੱਗ ਉੱਠੀ। ਉਹਨਾਂ ਭੂਸ਼ੇ ਪਿੰਡ ਦੇ ਸਰਦਾਰ ਅਮਰ ਸਿੰਘ ਤੇ ਬਗੇਲ ਸਿੰਘ ਢਿੱਲੋਂ ਨੂੰ ਸੱਦ ਕੇ ਚੌਧਰੀ ਦੀਆਂ ਘੋੜੀਆਂ ਬਾਹਰ ਚਰਦੀਆਂ ਫੜਾ ਦਿੱਤੀਆਂ। ਭੂਸ਼ੇ ਸਰਦਾਰਾਂ ਨੇ ਘੋੜੀਆਂ ਸਰਦਾਰ ਲਖਮੀਰ ਸਿੰਘ ਨੂੰ
ਲਿਆ ਦਿੱਤੀਆਂ ਤੇ ਉਹਨੇ ਮਾਲਵੇ ਵਿੱਚ ਸਰਦਾਰ ਆਲਾ ਸਿੰਘ ਕੋਲ ਵੇਚ ਕੇ ਪੈਸੇ ਭਾਈ ਤਾਰਾ ਸਿੰਘ ਜੀ ਦੇ ਲੰਗਰ ਵਿੱਚ ਆ ਪਾਏ। ਭਾਈ ਤਾਰਾ ਸਿੰਘ ਪਿੰਡ ਵਾਂ ਜ਼ਿਲ੍ਹਾ ਲਾਹੌਰ ਦਾ ਬੁੱਟਰ ਗੋਤ ਦਾ ਜੱਟ ਸੀ। ਉਹ ਬੜਾ ਸਿਦਕੀ ਸਿੱਖ ਸੀ ਤੇ ਪੰਥ ਵਿੱਚ ਸੰਤ ਕਹਿ ਕੇ ਪੂਜਿਆ ਜਾਂਦਾ ਸੀ। ਉਹ ਤੇਗਧਾਰੀ ਸੰਤ ਸੀ ਜੋ ਸਿਮਰਨ ਦੇ ਨਾਲ ਕਿਰਤ ਵੀ ਕਰਦਾ ਸੀ ਤੇ ਸਦਾ ਗੁਰੂ ਕਾ ਲੰਗਰ ਚਲਾਉਂਦਾ ਸੀ। ਹਰ ਵੇਲੇ ਉਹਦੇ ਕੋਲ ਕੁਝ ਸਿੰਘ ਟਿਕੇ ਰਹਿੰਦੇ ਸਨ। ਜਿਹੜੇ ਪੁਲਿਸ ਦੇ ਭਗੌੜੇ ਹੋ ਜਾਂਦੇ ਉਹ ਉਸ ਕੋਲ ਆ ਟਿਕਦੇ। ਭਾਈ ਤਾਰਾ ਸਿੰਘ ਜੀ ਬੰਦਾ ਸਿੰਘ ਦੇ ਯੁੱਧਾਂ ਵਿੱਚ ਵੀ ਸ਼ਾਮਲ ਰਹੇ ਹਨ। ਸਾਹਿਬ ਰਾਏ ਨੇ ਘੋੜੀਆਂ ਦੀ ਸੂਹ ਕੱਢ ਲਈ। ਉਹ ਆਦਮੀ ਲੈ ਕੇ ਬਘੇਲ ਸਿੰਘ ਅਮਰ ਸਿੰਘ ਨੂੰ ਫੜਨ ਗਿਆ ਤਾਂ ਉਹ ਨੱਸ ਕੇ ਭਾਈ ਤਾਰਾ ਸਿੰਘ ਜੀ ਦੇ ਡੇਰੇ ਆ ਗਏ। ਮਗਰੇ ਸਾਹਿਬ ਰਾਏ ਵੀ ਡੇਰੇ ਆ ਪੁੱਜਾ। ਉਹ ਆਪਣੇ ਸੁਭਾਅ ਅਨੁਸਾਰ ਭਾਈ ਤਾਰਾ ਸਿੰਘ ਜੀ ਨੂੰ ਉਵੇਂ ਧਮਕਾਉਣ ਲੱਗਾ। ਚੌਧਰੀ ਨੇ ਭਾਈ ਸਾਹਿਬ ਜੀ ਤੋਂ ਚੋਰ ਮੰਗੇ ਤਾਂ ਉਹਨਾਂ ਅੱਗੋਂ ਉੱਤਰ ਦਿੱਤਾ ਕਿ ਚੋਰ ਉਹ ਹੈ ਜੋ ਲੋਕਾਂ ਦੇ ਖੇਤ ਚਾਰਦਾ ਹੈ, ਨਾ ਕਿ ਉਹ ਜੋ ਆਪਣੀ ਕਿਰਤ ਕਰਕੇ ਖਾਂਦੇ ਨੇ। ਚੌਧਰੀ ਨੂੰ ਬੜੀ ਧਮਕ ਲੱਗੀ। ਉਹਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ, ਜੇ ਸਿੱਧੇ ਹੱਥੀਂ ਮੇਰੇ ਚੋਰ ਨਾ ਦਿਓਗੇ ਤਾਂ ਮੈਂ ਜੁੱਤੀਆਂ ਨਾ ਲੈ ਲਵਾਂਗਾ। ਭਾਈ ਸਾਹਿਬ ਜੀ ਨੇ ਅੱਗੇ ਉੱਤਰ ਦਿੱਤਾ, ਜੋ ਸੰਤਾਂ ਨੂੰ ਜੁੱਤੀਆਂ ਦੱਸਦਾ ਹੈ ਉਹ ਆਪ ਜੁੱਤੀਆਂ ਖਾ ਕੇ ਜਾਂਦਾ ਹੈ। ਇਸ਼ਾਰਾ ਸਮਝ ਕੇ ਇੱਕ ਸਿੱਖ ਨੇ ਉੱਠ ਕੇ ਚੌਧਰੀ ਨੂੰ 5-7 ਜੁੱਤੀਆਂ ਮਾਰ ਦਿੱਤੀਆਂ। ਚੌਧਰੀ ਰੋਂਦਾ ਧੋਂਦਾ ਪੱਟੀ ਦੇ ਫੌਜਦਾਰ ਜਾਫਰ ਬੇਗ ਕੋਲ ਜਾ ਪਿੱਟਿਆ। ਉਹ 200 ਪੈਦਲ ਤੇ 100 ਸਵਾਰ ਲੈ ਕੇ ਤਾਰਾ ਸਿੰਘ ਜੀ ਤੇ ਚੜ੍ਹ ਆਇਆ। ਇਹ ਫੌਜ 4 ਘੜੀ ਦੇ ਤੜਕੇ ਪਿੰਡ ਵਾਂ ਆ ਪੁੱਜੀ। ਸਰਦਾਰ ਬਘੇਲ ਸਿੰਘ ਅੰਮ੍ਰਿਤ ਵੇਲੇ ਬਾਹਰ ਮੈਦਾਨ ਗਿਆ ਤਾਂ ਘੋੜਿਆਂ ਦੇ ਸੁੰਭਾਂ ਦੀ ਆਵਾਜ਼ ਕੰਨੀ ਪਈ। ਉਹ ਸਮਝ ਗਿਆ ਕਿ ਸ਼ਾਹੀ ਫੌਜ ਆ ਗਈ ਹੈ। ਪਿੱਛੇ ਹਟਣ ਦੀ ਥਾਂ ਉਹਨੇ ਆਉਣ ਵਾਲਿਆਂ ਨੂੰ ਲਲਕਾਰਿਆ। ਸਾਹਿਬ ਰਾਏ ਨੇ ਆਵਾਜ਼ ਪਛਾਣ ਕੇ ਫੌਜਦਾਰ ਨੂੰ ਕਿਹਾ ਕਿ ਇਹ ਬਘੇਲ ਸਿੰਘ ਮੇਰੀਆਂ ਘੋੜੀਆਂ ਦਾ ਚੋਰ ਹੈ। ਫੌਜਦਾਰ ਨੇ ਬਘੇਲ ਸਿੰਘ ਤੇ ਹੱਲਾ ਕਰ ਦਿੱਤਾ। ਸਿੰਘ ਨੇ ਬਰਸ਼ਾ ਸੰਭਾਲਿਆ ਤੇ ਸੂਰਮਿਆਂ ਵਾਂਗ ਸ਼ਹੀਦ ਹੋਇਆ। ਬੁੰਗੇ ਵਿੱਚ ਉਸ ਵੇਲੇ 22 ਸਿੰਘ, ਲਖਮੀਰ ਸਿੰਘ ਘਰਿਆਲਾ, ਆਲੀ ਸਿੰਘ, ਗੁਰਬਖਸ਼ ਸਿੰਘ ਪੜਾਣਾ, ਭੀਮ ਸਿੰਘ, ਬਾਦਲ ਸਿੰਘ ਰਤੋਕੇ, ਮੇਘ ਸਿੰਘ ਮੱਧਰ, ਹਾਤਾ ਸਿੰਘ ਚੁੰਗ, ਬਲਾਕਾ ਸਿੰਘ ਸਾਫਣਾ, ਜੋਧ ਸਿੰਘ ਨਾਰੇਵਾਲ, ਮੇਹਰ ਸਿੰਘ ਤੁੰਗ, ਬਸਾਵਾ ਸਿੰਘ, ਕੋਇਰ ਸਿੰਘ, ਸਮੁੰਦ ਸਿੰਘ ਤੇ ਝਾਬ ਸਿੰਘ ਮੁਲਤਾਨੀ, ਸੂਰਾ ਸਿੰਘ ਖਾਲੜਾ, ਭੰਗੜ ਸਿੰਘ, ਰਸਾਲ ਸਿੰਘ ਪਸ਼ੌਰੀ, ਅਮਰ ਸਿੰਘ ਭੂਸ਼ਾ ਆਦਿ ਸਨ। ਬੰਦੂਕਾਂ ਦੀ ਆਵਾਜ਼ ਸੁਣ ਕੇ ਸਾਰੇ ਮੈਦਾਨ ਵਿੱਚ ਆ ਡਟੇ। ਪਹਿਲੇ ਹੱਲੇ ਵਿੱਚ ਹੀ ਸ਼ਾਹੀ ਫੌਜ 10 ਆਦਮੀ ਮਰਵਾ ਕੇ ਤੇ ਕੁਝ ਫੱਟੜ ਕਰਵਾ ਕੇ ਪਿੱਛੇ ਨੱਸ ਉੱਠੀ। ਮਰਨ ਵਾਲਿਆਂ ਵਿੱਚ ਫੌਜਦਾਰ ਦਾ ਇੱਕ ਭਰਾ ਤੇ ਇੱਕ ਭਤੀਜਾ ਵੀ ਸੀ। ਵਾਂ ਤੋਂ ਨੱਸ ਕੇ ਜਾਫਰ ਬੇਗ ਨੇ ਕੰਬੂਕੀ ਮਾੜੀ ਆ ਸਾਹ ਲਿਆ ਤੇ ਉਥੋਂ ਲੋਥਾਂ ਚੁੱਕ ਕੇ ਸਿੱਧਾ ਲਾਹੌਰ ਜ਼ਕਰੀਆ ਖਾਨ ਕੋਲ ਜਾ ਪਿੱਟਿਆ। ਸੂਬੇਦਾਰ ਨੇ ਮੂਮਨ ਖਾਂ ਨੂੰ ਫੌਜ ਲੈ ਕੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਕੋਲੋਂ ਮੂਮਨ ਖਾਂ ਦੇ ਇੱਕ ਸਿਪਾਹੀ ਨੇ ਕਿਹਾ, ਕਾਜ਼ੀ ਸਾਹਿਬ ਨੂੰ ਨਾਲ ਲੈ ਚੱਲੋ। ਇੰਨੀ ਸੁਣ ਕੇ ਕਾਜ਼ੀ ਡਰਦਾ ਮਾਰਿਆ ਚੁੱਪ ਹੋ ਗਿਆ ਤੇ ਮੁੜ ਕੇ ਹੋਰ ਕੋਈ ਨਾ ਬੋਲਿਆ। ਮੂਮਨ ਖਾਂ 2200 ਸਵਾਰ, 5 ਹਾਥੀ, 4 ਰਹਿਕਲੇ ਤੇ 40 ਜ਼ੰਬੂਰੇ ਲੈ ਕੇ ਤਾਰਾ ਸਿੰਘ ਨੂੰ ਫੜਨ ਵਾਸਤੇ ਚੜਿਆ। ਲਾਹੌਰ ਦੇ ਸਿੱਖਾਂ ਨੇ ਇੱਕ ਸਿੰਘ ਹੱਥੀਂ ਇਹ ਸਾਰੀ ਖਬਰ ਤਾਰਾ ਸਿੰਘ ਨੂੰ ਪਹੁੰਚਾ ਦਿੱਤੀ ਤੇ ਨਾਲ ਹੀ ਬੇਨਤੀ ਕਰ ਘੱਲੀ ਕਿ ਆਪ ਡੇਰਾ ਛੱਡ ਕੇ 4 ਦਿਹਾੜੇ ਪਾਸੇ ਹੋ ਜਾਓ। ਭਾਈ ਤਾਰਾ ਸਿੰਘ ਜੀ ਨੇ ਸਾਰਿਆਂ ਨੂੰ ਸੁਨੇਹਾ ਸੁਣਾ ਦਿੱਤਾ ਤੇ ਨਾਲ ਹੀ ਆਪਣੀ ਰਾਏ ਵੀ ਦੱਸ ਦਿੱਤੀ ਕਿ ਜੋ ਜਾਣਾ ਚਾਹਵੇ ਉਹ ਬੜੀ ਖੁਸ਼ੀ ਨਾਲ ਜਾ ਸਕਦਾ ਹੈ, ਮਗਰ ਮੈਂ ਇੱਥੇ ਹੀ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਵਾਂਗਾ। ਡੇਰੇ ਵਿਚਲੇ ਸਿੰਘਾਂ ਵਿੱਚੋਂ ਤਾਂ ਕਿਸੇ ਨੇ ਕੀ ਜਾਣਾ ਸੀ, ਸਗੋਂ ਇਹ ਖਬਰ ਸੁਣ ਕੇ 30 ਕੁ ਸਿੰਘ
जोगा सिंह, सुंदर सिंह, गज्जा सिंह, निरंजन सिंह चाहल, केर सिंह हेरू, शेर सिंह, सूबा सिंह, स्वर्ण सिंह आदि होर आ गए। सारे मोर्चाबंदी करके लगे शाही फौज की उड़ीक करन। अजे सूरज नहीं सी चढ़िया जां मोमन खां दियां फौजां पहुंच गईयां। वैरी मार हेठ आए तां ਸਿੰਘਾਂ ने मोर्चों विचों तीर गोलियां बरसाउणे शुरू कर दिते। दोहां पासियां तो अंधा धुंद अग वरण लगी। ਸਿੰਘਾਂ कोलों दारू सिक्का मुक गया तां ਉਹ तलवारां ते बरछे फड़ के बुंगियों बाहर निकले। तकी बेग तुरानी ने तारा सिंह नूं सामने वेख के उस वल हाथी वधाया। बराबर दा जोड़ वेख के सिंह ने भी उसे वल्ले घोड़ा छेड़िया। तकी बेग ने तीर मारिया जो तारा सिंह दे दुमाले विच लगा। अगों बार बचा के तारा सिंह ने बरछा उलारिया। तकी बेग संजो विच मड़िया होया सी जो सिंह साहब ने ਉਹਦੇ ਮੂੰਹ ਵਿੱਚ ਵਰਛਾ ਮਾਰਿਆ। बड़ा मारू फट खा के तकी बेग पिछां उठ नठा। मोमन खां ने तकी बेग दे मूंह विचों लहू वगदा वेख के ठट्ठे नाल पुछया, सगों पान खा रहे हो? तकी बेग ने उसे बोली विच उत्तर दिता, तारा सिंह बीड़े बन रहा है, जरा आप भी अगे होके लै लवो। इस फट नाल कुछ चिर पिछों तकी बेग मर गया। फिर मोमन खां दा भतीजा मुरीद खां अगे आया। भीम सिंह ने बरछे नाल उसदा मुहावत मार दिता ते कन्नों फड़ के हाथी बहा लिया। नेड़े ही लखवीर सिंह खड़ा सी। वो छाल मार के हाथी ते चढ़ गया ते तलवार नाल मुरीद खां दा सिर वड्ढ लिया। फिर शाही फौज दे अफसर दयाराम ते मनसाराम पूर्वीए अगे वधे जो अमर सिंह हथों मारे गए। हुण लड़ाई अंत दे नेड़े पहुंच चुकी सी। भाई तारा सिंह जी शरीर ते अनेकां फट खा के ते कईयां नूं तलवार दी धार लंघा के शहीद हो गए। शाही फौज दे 300 बंदे मरे ते कुछ फट्टड़ होए। 22 सिंह भाई तारा सिंह जी नाल शहीद होए। लड़ाई मुकी तां मोमन खां फतेह दे वाजे वजाउंदा होया लाहौर नूं मुड़िया। यह साका फग्गण 1782 बिक्रमी 1726 ईस्वी नूं होया। सिखां विच तारा सिंह जी बड़ी पूजनीक हस्ती सी। उसदी शहीदी दी खबर सुन के खालसा भड़क उठिया ते हजारां सिंह गुरमता करन वास्ते अमृतसर इकट्ठे आ होए। सारियां फैसला किया कि देश विच लुੱਟਮਾਰ जोरां ते कीती जावे ते खास करके शाही खजाने उत्ते हथ मारिया जावे। अड्डो अड्ड जथे बना के सिंह चुफेरे इलाके विच खिलर गए। उधर सूबेदार वालों भी थां थां गश्ती फौज फिर रही सी। मुल्तान तो शाही खजाना दिल्ली नूं जा रहा सी। ਸਿੰਘਾਂ नूं पता लगा तां उन्हां खुडियां कोल आ घेर लिया। शाही राखे कुछ मारे गए ते कुछ नस गए। चार लाख के करीब खजाना ਸਿੰਘਾਂ ਦੇ हथ आया, जिस विचों कुछ तां गुरु के लंगर वास्ते अमृतसर भाई मनी सिंह जी कोल पहुंचा दिता ते बाकी ਸਿੰਘਾਂ विच वंड दिता गया। चविंडे दे ਸਿੰਘਾਂ ने लाहौर नूं जांदा खजाना लुट लिया। कसूरों लाहौर नूं जांदा होया खजाना दरबारा सिंह, फतेह सिंह, खड़क सिंह आदि ने पिंड काने कोल लुट लिया। शाही सौदागर मुर्तजा खां दिल्ली नूं घोड़े लई जा रहा सी, जो ਸਿੰਘਾਂ ने जंडियाले कोल खोले। शाह मुहम्मद दा साला नवाब जाफर खां 10,000 मुहम्मद दा साला नवाब जाफर खां 10,000 सने परिवार दिल्ली नूं जा रहा सी, जो बाग सिंह बुढ़ा सिंह ने गोइंदवाल दे पत्तन ते लुट लिया सी।
श्री हरगोबिंदपुरे कोल एक सुदागर दा माल ਸਿੰਘਾਂ ने लुट लिया। पिछों पता लगा कि वह सुदागर प्रताप चंद सियालकोट का हिंदू सी। ਸਿੰਘਾਂ ने उसका माल वापस कर दिता। 1726 ईस्वी विच अजिहियां कई वारदातां होईयां। खान बहादुर जकरिया खान ने गश्ती फौज वधा दित्ती ते नाल ही हुक्म जरा सख्त कर दिते। सो थां थां ਸਿੰਘਾਂ नाल फौज की मुठभेड़ होण लगी। चविंडे के जथेदार बहादुर सिंह ने दे पुत्र दा विआह सी। ਉਹ जंज चढ़ गए तो मगरों गश्ती फौज का एक दस्ता आ पिया। घर विच उस वेले ਸਿੰਘਣੀਆਂ ही सन। उन्हां अजिही दलेरी नाल टाकरा कीता कि अंत फौज नूं कंड विखा के भज्जणा पिया। यह घटना हाड़ 1783 बिक्रमी 1726 ईस्वी नूं होई। पहाड़ां वल्लों अमृतसर नूं आउंदे होए 20 ਸਿੰਘ पिंड घणीए रंधाविਆਂ ਦੇ आ उतरे। चौधरी रामा रंधावा फौज चढ़ा के लै आया। टाकरे विच कईयां नूं मार के 20 ਸਿੰਘ शहीद हो गए। उन्हां दे सिर लाहौर पहुंचा के रामे ने इनाम ले लिया। जकरिया खान ने सारे सूबे विच एक आम इश्तिहार जारी किया। जो किसी सिख दी दस पावे उस नूं 10 रुपए इनाम, जो पकड़ावे उस नूं 25 रुपए, जो सिर पेश करे उस नूं 100 रुपया इनाम मिलेगा। वधेरे सेवा करन वाले नूं जागीर भी दित्ती जाएगी। इसका नतीजा यह होया कि फौजां दे नाल पिंडां दे चौधरी ते 12 ਸਿੰਘਾਂ दी भाल विच फिरन लग पईयां। अगे अगे सिंह ते मगर मगर फौजां, सारा देश उजड़ गया। कुछ ਸਿੰਘਾਂ लुट लिया ते रहिंदी शाही फौजां ने। लोक वगार विच फड़े गए। फसल सिखां लुट लई ते भेड़ बकरी जो हथ लगी वो फौजां ने समेट लई। लोकां कोल सरकारी मामला तारन जोगा भी न रहा। लाहौरों 3 साल का खराज दिल्ली नहीं सी गया। बादशाह ने हैबत खां ते सलाबत खां नूं 2000 रोहेला फौज दे के खराज वसूल करने वास्ते भेजा। उन्हां लाहौर डेरे लाए ते जकरिया खां कोलों करोड़ां रुपए खराज मंगया, नाल अपने खर्च वास्ते 5000 रोजाना। जकरिया खां दे खजाने विच तां कुछ नहीं सी, सो उन्हें इलाके दे चौधरी फड़ मंगवाए जिन्हां ने सिखां नूं फड़ा फड़ा के इनाम लए सन। हुण उन्हां नूं सब हिसाब देने आए। सूबे ने बड़ी बेइज्जती करके चौधरियां कोलों पैसे इकट्ठे कीते। 10,000 तां रोहेले सरदारां नूं वड्डी दित्ती ते बाकी 20 ਲੱਖ ਦੇ ਲਗਭਗ 60 ਗੱਡਿਆਂ ਉੱਤੇ ਲੱਦ ਕੇ ਤੋੜ ਦਿੱਤਾ। ਇਹ ਰੁਪਈਆ रोहेलियां सामने गिण के नहीं लद्या गया सी। उन्होंने दस्या गया कि सारा बकाया खराज दे दिता है। फिर जकरिया खां सोचन लगा कि यह पर्दा किवें रहे। औखी वेले उहनूं चंगी सुझी। सरदार सुबेग सिंह जंबर लाहौर रिहा करदा सी ते सरकारी पिंड ठेके ते लिया करदा सी। उहनूं बुला के जकरिया खां ने कहा कि ਸਿੰਘਾਂ नूं कहो यह खजाना दिल्ली न जावे, साडी फौज टक्कर नहीं करेगी। रोहेले खजाना लैके ब्यास कंढे पहुंचे तां 8000 सिंह अचनचेत आ पए। लाहौरी फौज खालसे नूं वेंदे सार भज गई। रोहेलियां कुछ टाकरा कीता पर ਸਿੰਘਾਂ दी तेग सामने बहुता चिर खलो ना सके। सिंह खजाना लुट के जंगल विच जा वड़े ते रोहेले सरदार रोंदे पोंदे लाहौर। यह घटना 1730 ईस्वी दी है। जकरिया खां ने बादशाह नूं लिखिया कि मैं सारा बकाया करोड़ों रुपए तार दिता सी पर ਸਿੰਘਾਂ ने लुट लिया है, सो मदद वास्ते फौज भेजो। गुस्सा खा के बादशाह ने नजीब खां, सफदर खां, जफर खां आदि नूं 20,000 फौज दे के भेजा। फौज दे अपड़न तो पहला ही सिख कुछ पहाड़ां विच लुक गए ते कुछ बीकानेर जा वड़े। शाही फौज ने हिंदुआं ते किरती सिखां उत्ते सारा गुस्सा कढिया।
ਤੇ ਉਜੜੇ ਹੋਏ ਦੇਸ਼ ਨੂੰ ਹੋਰ ਤਬਾਹ ਕੀਤਾ। ਸ਼ਾਹੀ ਫੌਜ ਦਿੱਲੀ ਨੂੰ ਵਾਪਸ ਮੁੜੀ ਤਾਂ 1731 ਵਿੱਚ ਸਿੰਘ ਪੰਜਾਬ ਵਿੱਚ ਫੇਰ ਆ ਪ੍ਰਗਟ ਹੋਏ। ਇਸ ਵਾਰੀ ਪਹਿਲਾਂ ਨਾਲੋਂ ਉਹ ਵਧੇਰੇ ਕਰੜੇ ਹੱਥੀਂ ਮਾਰ ਧਾੜ ਕਰਨ ਲੱਗੇ। ਇਲਾਕੇ ਦੇ ਚੁਗਲ ਚੌਧਰੀਆਂ ਨੂੰ ਚੰਗੀ ਤਰ੍ਹਾਂ ਸੋਧਿਆ ਤੇ ਜੋ ਹਿੰਦੂ ਧੱਕੇ ਨਾਲ ਮੁਸਲਮਾਨ ਕੀਤੇ ਗਏ ਸੀ ਉਹਨਾਂ ਨੂੰ ਸਿੰਘ ਸਜਾਇਆ। ਇਸ ਸਮੇਂ ਬਹੁਤ ਸਾਰੇ ਨਵੇਂ ਸਿੰਘ ਸੱਜ ਕੇ ਪੰਥ ਵਿੱਚ ਰਲੇ। ਸਿੰਘਾਂ ਨੇ ਸਾਰੇ ਇਲਾਕੇ ਵਿੱਚ ਉਹ ਤਰਥੱਲੀ ਮਚਾਈ ਕਿ ਸਭ ਕੋਲੋਂ ਗਿਣ ਗਿਣ ਕੇ ਬਦਲੇ ਲਏ। ਜ਼ਕਰੀਆ ਖਾਨ ਨੇ ਫਿਰ ਸਿੰਘਾਂ ਨੂੰ ਦਬਾਉਣ ਦਾ ਬੜਾ ਯਤਨ ਕੀਤਾ, ਪਰ ਸਾਰਾ ਤਾਣ ਲਾ ਕੇ ਵੀ ਉਹ ਇਸ ਵਾਰ ਸਫਲ ਨਾ ਹੋਇਆ। ਸਿੰਘਾਂ ਦੀ ਗਿਣਤੀ ਤੇ ਹੌਸਲੇ ਦੋਵੇਂ ਚੀਜ਼ਾਂ ਵੱਧ ਗਈਆਂ। ਕਈ ਵਾਰ ਉਹ ਲਾਹੌਰ ਦੇ ਬਾਜ਼ਾਰਾਂ ਤੱਕ ਲੁੱਟਮਾਰ ਕਰ ਜਾਂਦੇ। ਖਾਨ ਬਹਾਦਰ ਜ਼ਕਰੀਆ ਖਾਂ ਜ਼ੋਰ ਨਾਲ ਸਿੰਘਾਂ ਨੂੰ ਨਾ ਦਬਾ ਸਕਿਆ ਤਾਂ ਉਹਨੇ ਨੀਤੀ ਦੀ ਹੋਰ ਚਾਲ ਚੱਲੀ। ਉਹਨੇ ਬਾਦਸ਼ਾਹ ਨੂੰ ਬੇਰਵੇ ਨਾਲ ਲਿਖਿਆ, ਸਖਤੀ ਨਾਲ ਨਹੀਂ ਤਾਂ ਨੀਤੀ ਨਾਲ ਸਿੰਘਾਂ ਨੂੰ ਵਸ ਕਰਨਾ ਚਾਹੀਦਾ ਹੈ। ਜੇ ਸਿੱਖਾਂ ਨੂੰ ਜਾਗੀਰ ਦੇ ਦਿੱਤੀ ਜਾਵੇ ਤਾਂ ਇਹ ਲੁੱਟਮਾਰ ਕਰਨੀ ਛੱਡ ਦੇਣਗੇ। ਇਸ ਤੋਂ ਬਿਨਾਂ ਇਹ ਮੁਲਕ ਵਸਣ ਨਹੀਂ ਦੇਣਗੇ। ਬਾਦਸ਼ਾਹ ਮੁਹੰਮਦ ਸ਼ਾਹ ਬੜਾ ਕਮਜ਼ੋਰ ਸੀ। ਸੱਤ ਸਾਲ ਨਜ਼ਰਬੰਦ ਰਹਿਣ ਕਰਕੇ ਉਹ ਉੱਚੀ ਵਿੱਦਿਆ ਨਹੀਂ ਸੀ ਪਾ ਸਕਿਆ। ਉਹ ਅਫੀਮ ਖਾਂਦਾ ਸੀ ਤੇ ਹਰ ਵੇਲੇ ਮਹਿਲਾਂ ਵਿੱਚ ਹੀ ਵੜਿਆ ਰਹਿੰਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਉਹ ਬਾਦਸ਼ਾਹੀ ਦੇ ਲਾਇਕ ਹੀ ਨਹੀਂ ਸੀ। ਜ਼ਕਰੀਆ ਖਾਨ ਦੀ ਚਿੱਠੀ ਪੜ੍ਹ ਕੇ ਬਾਦਸ਼ਾਹ ਨੇ ਆਪਣੇ ਅਮੀਰਾਂ ਤੋਂ ਸਿੰਘਾਂ ਬਾਰੇ ਪੁੱਛਿਆ। ਜਿਹੋ ਜਿਹਾ ਬਾਦਸ਼ਾਹ ਉਹ ਜਿਹੇ ਉਹਦੇ ਸਲਾਹਕਾਰ। ਸਾਰਿਆਂ ਦੀ ਸਲਾਹ ਪੱਕੀ ਹੋਈ ਕਿ ਭੰਡਾਂ ਕੋਲੋਂ ਸਿੱਖਾਂ ਦੀ ਨਕਲ ਕਰਾ ਕੇ ਵੇਖੀ ਜਾਵੇ। ਭੰਡਾਂ ਨੇ ਬੜੀ ਢੁਕਵੀਂ ਨਕਲ ਕੀਤੀ, ਜਿਸ ਦਾ ਬਾਦਸ਼ਾਹ ਦੇ ਦਿਲ ਤੇ ਬੜਾ ਅਸਰ ਹੋਇਆ। ਉਸਨੇ ਖਾਨ ਬਹਾਦਰ ਨੂੰ ਸਿੰਘਾਂ ਨੂੰ ਜ਼ਗੀਰ ਦੇਣ ਦੀ ਆਗਿਆ ਲਿਖ ਭੇਜੀ। 1790 ਬਿਕਰਮੀ ਦੀ 1733 ਈਸਵੀ ਦੀ ਵਿਸਾਖੀ ਮਨਾਉਣ ਵਾਸਤੇ ਸਾਰੇ ਸਿੰਘ ਅੰਮ੍ਰਿਤਸਰ ਇਕੱਠੇ ਹੋਏ। ਉਸ ਵੇਲੇ ਪੰਥ ਵਿੱਚ ਨਾਮਵਰ ਸਿੰਘ ਇਹ ਸਨ: ਦਰਬਾਰਾ ਸਿੰਘ, ਕਪੂਰ ਸਿੰਘ, ਹਰੀ ਸਿੰਘ ਹਜੂਰੀ, ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ, ਬੁੱਢਾ ਸਿੰਘ, ਸ਼ੁਕਰ ਚੱਕੀਆ, ਗਰਜਾ ਸਿੰਘ ਆਦਿ। ਜ਼ਕਰੀਆ ਖਾਨ ਬਹਾਦਰ ਦਾ ਭੇਜਿਆ ਹੋਇਆ ਸਰਦਾਰ ਸ਼ਬੇਗ ਸਿੰਘ ਜੰਬਰ ਅੰਮ੍ਰਿਤਸਰ ਦੀਵਾਨ ਵਿੱਚ ਹਾਜ਼ਰ ਹੋਇਆ। ਸੂਬੇਦਾਰ ਦੇ ਭੇਜੇ ਹੋਏ 5000 ਦਮੜੇ ਉਹਨੇ ਦੇਗ ਵਾਸਤੇ ਪੰਥ ਦੀ ਭੇਟਾ ਕੀਤੀ ਤੇ ਬੇਨਤੀ ਕੀਤੀ, ਲਾਹੌਰ ਸਰਕਾਰ ਪੰਥ ਨਾਲ ਸੁਲ੍ਹਾ ਕਰਨਾ ਚਾਹੁੰਦੀ ਹੈ। ਪੰਥ ਵਾਸਤੇ 1 ਲੱਖ ਦੀ ਜਾਗੀਰ ਤੇ ਨਵਾਬੀ ਦਾ ਖਿਤਾਬ ਭੇਜਿਆ। ਪੰਥ ਕਿਰਪਾ ਕਰਕੇ ਪ੍ਰਵਾਨ ਕਰੇ। ਉਸ ਵੇਲੇ ਦੀਵਾਨ ਦਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਸੀ। ਉਹਨੇ ਸਾਰੇ ਪੰਥ ਦੀ ਰਾਏ ਪੁੱਛੀ ਤਾਂ ਬਹੁਤਿਆਂ ਨੇ ਨਾ ਪ੍ਰਵਾਨ ਕਰਨ ਦੀ ਸਲਾਹ ਦਿੱਤੀ। ਸਰਦਾਰ ਸ਼ਬੇਗ ਸਿੰਘ ਨੇ ਫਿਰ ਬੇਨਤੀ ਕੀਤੀ, ਨੀਤੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਘਰ ਆਈ ਕੋਈ ਚੀਜ਼ ਮੋੜੀ ਨਾ ਜਾਵੇ। ਸੁਲ੍ਹਾ ਵਾਸਤੇ ਅਸਾਂ ਦਰਖਾਸਤ ਨਹੀਂ ਕੀਤੀ, ਸਗੋਂ ਪੰਜਾਬ ਸਰਕਾਰ ਨੇ ਕੀਤੀ ਹੈ। ਅਸਾਂ ਉਸ ਤੋਂ ਕੁਝ ਮੰਗਿਆ ਨਹੀਂ, ਸਗੋਂ ਉਸਨੇ ਪੰਥ ਤੋਂ ਡਰ ਕੇ ਭੇਟਾ ਭੇਜੀ ਹੈ। ਇਸ ਵਿੱਚ ਪੰਥ ਦੀ ਸ਼ਾਨ ਹੈ, ਨਿਰਾਦਰੀ ਨਹੀਂ। ਸੋ ਸਭ ਕੁਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਸ਼ਬੇਗ ਸਿੰਘ ਦੀ ਸਲਾਹ ਸਰਬਸੰਮਤੀ ਨਾਲ ਮੰਨ ਲਈ ਗਈ। ਜਾਗੀਰ ਤਾਂ ਪ੍ਰਵਾਨ ਹੋ ਗਈ, ਪਰ ਨਵਾਬੀ ਤੇ ਸਰੋਪਾ ਦਾ ਚਾਲੂ ਕੋਈ ਨਾ ਬਣੇ। ਜਿਸ ਨੂੰ ਕਿਹਾ ਜਾਵੇ ਉਹ ਨਾ ਕਰ ਦੇਵੇ। ਉਸ ਵੇਲੇ ਕਪੂਰ ਸਿੰਘ ਫੈਜ਼ਲਾਪੁਰੀਆ ਸੰਗਤ ਵਿੱਚ ਪੱਖਾ ਚੱਲ ਰਿਹਾ ਸੀ। ਸਾਰੇ ਪੰਥ ਨੇ ਇੱਕ ਆਵਾਜ਼ ਉਹਦਾ ਨਾਂ ਪੇਸ਼ ਕੀਤਾ। ਅੰਤ ਉਸ ਨੂੰ ਖਿਤਾਬ ਨਵਾਬੀ ਪ੍ਰਵਾਨ ਕਰਨਾ ਪਿਆ। ਉਸ ਦਿਨ ਤੋਂ ਉਸ ਨੂੰ ਨਵਾਬ ਕਪੂਰ ਸਿੰਘ ਕਹਿ ਕੇ ਬੁਲਾਇਆ ਜਾਣ ਲੱਗਾ। ਜਾਗੀਰ ਪਾ ਕੇ ਸਿੰਘ ਅੰਮ੍ਰਿਤਸਰ ਵਿੱਚ ਅਮਨ ਨਾਲ ਵਸਣ ਲੱਗ ਪਏ। ਸਭ ਦਾ ਲੰਗਰ ਪਾਣੀ ਇਕੱਠਾ ਹੁੰਦਾ। ਲੋੜਵੰਦ ਦੀ ਬਸਤਰ ਸ਼ਸਤਰ ਆਦਿ ਦੀ ਲੋੜ ਗੁਰੂ ਦੀ ਗੋਲਕ ਵਿੱਚੋਂ ਪੂਰੀ ਕੀਤੀ ਜਾਂਦੀ। ਗੋਲਕ ਵਿੱਚ 3 ਤਰ੍ਹਾਂ ਦੀ ਆਮਦਨ ਆਉਂਦੀ: ਜਾਗੀਰ, ਚੜਾਵਾ ਤੇ ਸਿੱਖਾਂ ਦੀ ਕਿਰਤ ਕਮਾਈ।
ਸਰਦਾਰਾਂ ਵਿੱਚ ਅਹੁਦਿਆਂ ਦੀ ਵੰਡ ਇਸ ਤਰ੍ਹਾਂ ਸੀ। ਭਾਈ ਮਨੀ ਸਿੰਘ ਜੀ ਗ੍ਰੰਥੀ ਦਰਬਾਰ ਸਾਹਿਬ, ਦਰਬਾਰਾ ਸਿੰਘ ਦੀਵਾਨ, ਨਵਾਬ ਕਪੂਰ ਸਿੰਘ ਨਿਸ਼ਾਨ ਬਰਦਾਰ, ਗੁਰਬਖਸ਼ ਸਿੰਘ ਕੋਲ ਤੋਪਾਂ ਤੇ ਜੰਬੂਰੇ, ਹਲੀ ਸਿੰਘ ਲੰਗਰ ਦਾ ਜਥੇਦਾਰ, ਜੱਸਾ ਸਿੰਘ ਆਲੂਵਾਲੀਆ ਘੋੜਿਆਂ ਦੇ ਦਾਣੇ ਦਾ ਵਰਤਾਵਾ। ਦੀਵਾਨ ਤੇ ਨਵਾਬ ਦੇ ਸਲਾਹਕਾਰ ਹਰੀ ਸਿੰਘ ਹਜ਼ੂਰੀ, ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਖੱਤਰੀ, ਬੁੱਢਾ ਸਿੰਘ ਸ਼ੁਕਰ ਚੱਕੀਆ, ਭੂਮਾ ਸਿੰਘ, ਗਰਜਾ ਸਿੰਘ ਆਦਿ। ਸਾਲਕ ਇਹ ਪ੍ਰਬੰਧ ਠੀਕ ਚੱਲਦਾ ਰਿਹਾ। ਸਿੰਘਾਂ ਨੇ ਮੁਲਕ ਵਿੱਚ ਕੋਈ ਗੜਬੜ ਨਹੀਂ ਕੀਤੀ। ਅਗਲੇ ਸਾਲ ਸਾਵਣ 1791 ਬਿਕਰਮੀ 1734 ਈਸਵੀ ਦੀਵਾਨ ਦਰਬਾਰਾ ਸਿੰਘ ਸੁਰਗਵਾਸ ਹੋ ਗਿਆ ਤਾਂ ਉਸ ਦੀ ਥਾਂ ਨਵਾਬ ਕਪੂਰ ਸਿੰਘ ਪੰਥ ਦਾ ਜਥੇਦਾਰ ਬਣਿਆ। ਇਸ ਤੋਂ ਪਹਿਲੇ ਸਰਦਾਰ ਦਰਬਾਰਾ ਸਿੰਘ ਹੀ ਸਾਰੇ ਪੰਥ ਦਾ ਜਥੇਦਾਰ ਮੰਨਿਆ ਜਾਂਦਾ ਸੀ। ਇੱਥੋਂ ਤੱਕ ਅੱਜ ਅਸੀਂ ਇਸ ਕਿਤਾਬ ਨੂੰ ਪੜ੍ਹਾਂਗੇ। ਅਗਲੇ ਦਿਨਾਂ ਦੇ ਵਿੱਚ ਅੱਗੇ ਇਹਨੂੰ ਕੰਟੀਨਿਊ ਕਰਾਂਗੇ। ਅੱਜ ਅਸੀਂ ਇਸ ਕਿਤਾਬ ਦੇ 48 ਪੰਨੇ ਪੜ੍ਹ ਚੁੱਕੇ ਹਾਂ। ਅਗਲੇ ਦਿਨਾਂ ਦੇ ਵਿੱਚ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਸਰੋਤਿਓ, ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ ਤੇ ਮੈਨੂੰ ਜਾਣੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।